ਸਤਨਾਮ ਸ਼੍ਰੀ ਵਾਹਿਗੁਰੂ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸਹੇਲੇ। ਰਾਖੋ ਰਾਖਣਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਰਾਖੋ ਰਾਖਣਹਾਰ ਦਿਆਲਾ, ਨਾਨਕ ਕਰ ਕੇ ਗੋਲੇ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਇਹੋ ਅਰਦਾਸ ਮੇਰੀ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਇਹੋ ਅਰਦਾਸ ਮੇਰੀ। ਤੇਰੇ ਚਰਨਾਂ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਅਰਦਾਸ ਮੇਰੀ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਅਰਦਾਸ ਮੇਰੀ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਅਰਦਾਸ ਮੇਰੀ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਅਰਦਾਸ ਮੇਰੀ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਇਹੋ ਅਰਦਾਸ ਮੇਰੀ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਇਹੋ ਅਰਦਾਸ ਮੇਰੀ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਇਹੋ ਅਰਦਾਸ ਮੇਰੀ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਇਹੋ ਅਰਦਾਸ ਮੇਰੀ। ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਇਹੋ ਅਰਦਾਸ ਮੇਰੀ। ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਇਹੋ ਅਰਦਾਸ ਮੇਰੀ। ਇਹਨੂੰ ਹੋਰ ਨਾ ਕੋਈ ਖਰੀਦ ਸਕੇ, ਇਹਨੂੰ ਹੋਰ ਨਾ ਕੋਈ ਖਰੀਦ ਸਕੇ। ਗਹਿਣੇ ਜਿੰਦ ਤੁਸਾਂ ਦੇ ਪਾਸ ਮੇਰੀ। ਇਹਨੂੰ ਹੋਰ ਨਾ ਕੋਈ ਖਰੀਦ ਸਕੇ। ਗਹਿਣੇ ਜਿੰਦ ਤੁਸਾਂ ਦੇ ਪਾਸ ਮੇਰੀ। ਇਹਨੂੰ ਹੋਰ ਨਾ ਕੋਈ ਖਰੀਦ ਸਕੇ। ਹੋਰ
कहबे को सो नहीं देखा ही परवान। चरण कमल की मौज को कहो कैसे अनुमान। कहबे को सो नहीं देखा ही परवान। वाहिगुरु 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 हम निर्गुण तू दाता। हम मूर्ख तुम चतुर सियाने। तू सर्व कला का हम ऐसे तू ऐसा। हम पापी पापी तुम पाप खंडन। नेको ठाकुर दे सब साजे साज नवाजे। जियो पिंड दे प्राणा निर्गुणिया रे गुण नहीं को। दान दे हो मेहरबाना। तुम करो भला हम पलो ना जाने। तुम सदा 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 दयाला। तुम सुखदाई पुरख विदाते।
राखो अपने वाला। तू मन दान अटल सुल्तान, तुम सदा सजा दाई पुरख विधाते। तुम राखो अपने वाला, तुम सुल्तान, तुम मनदान अटल सुल्तान। जी सब जाते कहो नानक हम है हवाला, हवाला। राख संतन के पाछे, राख संतन के पाछे। करेंदे होर करे केड़ा, तू ना करे ते होर करे केड़ा। मेरिया सबे जरूरतां पूरियां तू ना करे ते होर करे केड़ा। मेरिया सबे जरूरतां पूरियां तक देने गुना मेरे। लोकी तक दे गुना मेरे। मैं तकदा लोकी तकदे ऐब गुना मेरे। मैं तकदा रहमतां तेरियां, मैं तकदा रहमतां तेरियां। ਰੱਬ ਉਹਨਾਂ ਦੀ ਬੁੱਕਲ ਵਿੱਚ ਵਸਦਾ ਜਿਹੜੀ ਤੇਰਾ ਨਾਮ ਜਪੇ।
ਦੀ ਬੁੱਕਲ ਵਿੱਚ ਵਸਦਾ ਜਿਹੜੀ ਤੇਰਾ ਨਾਮ ਜਪਦੀ ਰੱਬ ਉਹਨਾਂ ਦੀ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਉਹਨਾਂ ਦੀ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਉਹਨਾਂ ਦੀ ਪਿਆਰਾ ਉਹਨਾਂ ਦੀ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਉਹਨਾਂ ਦੀ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਪਿਆਰਾ ਉਹਨਾਂ ਦੀ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਰੱਬ ਉਹਨਾਂ ਦੇ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਜਿਹੜੇ ਤੇਰਾ ਜੀ ਨਾਮ ਜਪਦੇ ਜਿਹੜੇ ਤੇਰਾ ਨਾਮ ਜਪਦੇ ਜਿਹੜੇ ਤੇਰਾ ਜੀ ਨਾਮ ਜਪਦੇ ਜਿਹੜੇ ਤੇਰਾ ਨਾਮ ਜਪਦੇ ਪਿਆਰਾ ਉਹਨਾਂ ਦੀ ਵਾਹਿਗੁਰੂ ਉਹਨਾਂ ਦੀ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪ ਵਾਹਿਗੁਰੂ ਉਹਨਾਂ ਦੀ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਉਹਨਾਂ ਦੇ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਉਹਨਾਂ ਦੇ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਉਹਨਾਂ ਦੀ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਉਹਨਾਂ ਦੇ ਬੁੱਕਲ ਵਿੱਚ ਵਸਦਾ ਜਿਹੜੇ ਤੇਰਾ ਨਾਮ ਜਪਦੇ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਵਡ ਭਾਗੀ ਹੋ ਜਿਨ੍ਹਾਂ ਨੂੰ ਇਹ ਸਤ ਸੰਗਤ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਕਈ ਰੋਜ਼ ਤੋਂ ਸੇਵਕਾਂ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਬਾਣੀ ਆਰੰਭ ਹੈ, ਜਿਨ੍ਹਾਂ ਦੇ ਕੱਲ ਨੂੰ ਅੰਮ੍ਰਿਤ ਵੇਲੇ ਭੋਗ ਪਾਏ ਜਾਣੇ ਨੇ। ਆਪ ਜੀ ਅੱਜ ਰਾਤਰੀ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਰਹੇ ਹੋ, ਬੜ ਭਾਗੀ ਹੋ। ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਮਿਲ ਸੰਗਤ ਮੈਲ ਭਰੀਜੈ ਜੀਅ। ਬੜ ਭਾਗਿਓ ਆਪਾਂ ਨੂੰ ਇਹ ਸਮਾਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਬਹਿਣ ਦਾ ਮਿਲਿਆ ਹੈ। ਜੇ ਝਾਤ ਮਾਰ ਕੇ ਦੇਖ ਲਿਆ ਜਾਵੇ, ਇਸ ਸਮੇਂ ਪਤਾ ਨਹੀਂ ਕਿੰਨੇ ਕੁ ਲੋਕ ਸ਼ਰਾਬਾਂ ਦੇ ਠੇਕਿਆਂ ਤੇ ਬੈਠੇ ਹੋਣਗੇ, ਕਿੰਨੇ ਕੁ ਲੋਕ ਮੋੜਾਂ ਤੇ ਖੁੰਡਾਂ ਤੇ ਬਹਿ ਕੇ ਚੁਗਲੀਆਂ ਕਰਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਰਹੇ ਨੇ। ਕਿੰਨੇ ਕੁ ਲੋਕ ਕਲੱਬਾਂ ਦੇ ਵਿੱਚ ਭੰਗੜੇ ਪਾ ਕੇ ਇਸ ਸਮੇਂ ਨੂੰ ਵਿਅਰਥ ਗਵਾ ਰਹੇ ਨੇ। ਮਹਾਰਾਜ ਦੀ ਬਾਣੀ ਆਖਦੀ ਹੈ ਵੀ ਜਿਹੜੇ ਸਤ ਸੰਗਤ ਦੇ ਵਿੱਚ ਬਹਿ ਜਾਂਦੇ ਨੇ, ਇਹ ਵਡਭਾਗਾ ਸਮਾਂ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ। ਉਹ ਚੰਗਿਆਂ ਕਰਮਾਂ ਵਾਲੇ ਨੇ ਜਿਹੜੇ ਇਸ ਸਮੇਂ ਆ ਰਾਤ ਦੇ ਸਮੇਂ ਅਸੀਂ ਸਤਿਗੁਰਾਂ ਦੀ ਗੋਦ ਅੰਦਰ ਜੁੜੇ ਬੈਠੇ ਆ। ਤਦੇ ਮਹਾਰਾਜ ਜੀ ਨੇ ਆਖਿਆ ਵਡ ਭਾਗੀ ਹਰ ਸੰਗਤ ਪਾਵੈ। ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਸਤ ਸੰਗਤ ਦੇ ਵਿੱਚ ਬਹਿ ਜਾਣਾ। ਨਹੀਂ ਤਾਂ ਸਮਾਂ ਤਾਂ ਸਾਡਾ ਜਾ ਹੀ ਰਿਹਾ ਹੈ,
ਕਹਿ ਦਿੱਤਾ ਜਾਂਦਾ ਵੀ ਅਸੀਂ ਤਾਂ ਸਮਾਂ ਟਾਈਮ ਪਾਸ ਕਰ ਰਹੇ ਹਾਂ। ਟਾਈਮ ਪਾਸ ਤਾਂ ਜ਼ਿੰਦਗੀ ਦਾ ਹਰ ਕੋਈ ਕਰ ਰਿਹਾ ਹੈ। ਟਾਈਮ ਪਾਸ ਤਾਸ਼ਾਂ ਖੇਡਣ ਵਾਲਿਆਂ ਦਾ ਵੀ ਹੋ ਜਾਂਦਾ ਹੈ। ਟਾਈਮ ਪਾਸ ਮੋੜਾਂ ਤੇ ਬਹਿਣ ਵਾਲਿਆਂ ਦਾ ਵੀ ਹੋ ਜਾਣਾ ਹੈ। ਪਰ ਸਾਧ ਸੰਗਤ ਟਾਈਮ ਸਾਡਾ ਉਹ ਸਮਾਂ ਸਫਲਾ ਨਹੀਂ ਹੋ ਸਕਦਾ। ਸਮਾਂ ਸਫਲਾ ਕਦੋਂ ਹੋਵੇਗਾ? ਮਹਾਰਾਜ ਕਹਿੰਦੇ ਸਾਈ ਘੜੀ ਸੁਲੱਖਣੀ 100 ਨਾਲ ਵਿਹਾਵੈ। ਜਿਹੜੀ ਘੜੀ ਉਸ ਪਰਮੇਸ਼ਰ ਦੀ ਯਾਦ ਅੰਦਰ ਲੰਘ ਜਾਵੇ, ਉਹਦੇ ਗੁਣ ਗਾਉਂਦਿਆਂ ਲੰਘ ਜਾਏ, ਉਹ ਸਮਾਂ ਸਫਲ ਹੈ। ਉਮਰ ਉਹਨਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ। ਨਹੀਂ ਤਾਂ ਸਾਨੂੰ ਹਾਸਲ ਕੀਏ ਇਹ ਵਿੱਚ ਨੀਲੇ ਗੁਜਰੇ ਸ਼ਾਮ ਦੇ ਫਜਰੇ। ਜਿੱਥੇ ਆਪ ਸਰ ਸੰਗਤਾਂ ਸਮਾਂ ਕੱਢ ਕੇ ਸਤਿਗੁਰਾਂ ਦੀ ਸੰਗਤ ਪ੍ਰਾਪਤ ਕੀਤੀ ਹੈ, ਉੱਥੇ ਹੀ ਅਸੀਂ ਸ਼ਬਦਾਂ ਦੇ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਹੈ। ਕਿਉਂਕਿ ਸਾਧ ਸੰਗਤ ਇਹ ਜਿਹੜੀਆਂ ਘੜੀਆਂ ਨੇ ਨਾ, ਇਹ ਐਵੇਂ ਨਹੀਂ, ਤੁਹਾਡਾ ਸਮਾਂ ਇਹ ਵਿਅਰਥ ਨਹੀਂ। ਇਹ ਸਾਡੀਆਂ ਜ਼ਿੰਦਗੀ ਦੀਆਂ ਘੜੀਆਂ, ਇਹ ਸਫਲੀਆਂ ਕਰ ਦੇਣਗੀਆਂ ਸਾਡੀ ਜ਼ਿੰਦਗੀ ਨੂੰ। ਪਹਿਲੇ ਪਾਸੇ ਦਾਸ ਬੋਲਿਆ ਕਰੋ, ਦੂਸਰੇ ਪਾਸੇ ਸਭ ਭਾਈ ਔਰ ਜਥਾ, ਤੀਸਰੇ ਪਾਸੇ ਸਾਰੀਆਂ ਮਾਈਆਂ ਵੀ ਸ਼ਬਦਾਂ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ। ਆ ਜਿਹੜਾ ਸਮਾਂ ਆਪਾਂ ਸਤਿਗੁਰਾਂ ਦੀ ਹਜ਼ੂਰੀ 'ਚ ਬੈਠੇ ਆ ਨਾ, ਇਹ ਸਾਡੀ ਜ਼ਿੰਦਗੀ ਸਫਲ ਕਰ ਸਕਦੀਆਂ ਨੇ। ਪੜ੍ਹਿਓ ਪ੍ਰੇਮ ਨਾਲ। ਜ਼ਿੰਦਗੀ ਸਫਲ ਕਰ ਦਿੰਦੀਆਂ, ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਜ਼ਿੰਦਗੀ ਸਫਲ ਕਰ ਦਿੰਦੀਆਂ, ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਗੁਜ਼ਾਰੀਆਂ ਘੜੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਗੁਜ਼ਾਰੀਆਂ ਘੜੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ, ਹਾਂ ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਕੀ ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਜ਼ਿੰਦਗੀ ਸਫਲ ਕਰ ਦਿੰਦੀਆਂ, ਸਤ ਸੰਗ ਵਿੱਚ ਘੜੀਆਂ ਗੁਜ਼ਾਰੀਆਂ। ਹਾਂ ਮਹਾਰਾਜ ਕਹਿੰਦੇ ਸਾਈ ਘੜੀ ਸੁਲੱਖਣੀ 100 ਨਾਲ ਵਿਹਾਵੇ। ਸਾਡੀ ਉਹੀ ਉਮਰ ਲੇਖੇ ਦੇ ਵਿੱਚ ਪੈਣੀ ਹੈ ਜਿਹੜੀ ਉਹ ਪਰਮੇਸ਼ਰ ਦੀ ਯਾਦ ਅੰਦਰ ਲੰਘ ਜਾਏ, ਜਿਹੜੀ ਉਹਦੇ ਗੁਣ ਗਾਉਂਦਿਆਂ ਲੰਘ ਜਾਏ। ਮਹਾਰਾਜ ਕਹਿੰਦੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਕੋਈ ਪੁੰਨ ਹੈ ਤਾਂ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਦੇ ਗੁਣ ਗਾਉਣੇ। ਭਗਤ ਸੈਣ ਜੀ ਸਾਧ ਸੰਗਤ ਜਿਨ੍ਹਾਂ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਣੀ ਦਰਜ ਹੈ ਭਗਤ ਸੈਣ ਜੀਆਂ ਦੀ।
ਭਾਈ ਗੁਰਦਾਸ ਜੀ ਉਹਨਾਂ ਦੀ ਬਾਬਤ ਗੁਰਬਾਣੀ ਅੰਦਰ ਲਿਖਦੇ ਨੇ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਭਗਤ ਕਬੀਰ ਸਾਹਿਬ ਜੀ ਦੀ ਸੋਏ ਸੁਣੀ, ਪ੍ਰਤਾਪ ਸੁਣਿਆ। ਪ੍ਰਤਾਪ ਸੁਣੇ ਤੋਂ ਹੀ ਭਗਤ ਸੈਣ ਜੀ ਵੀ ਭਗਤ ਕਬੀਰ ਜੀਆਂ ਨੂੰ, ਭਗਤ ਰਾਮਾਨੰਦ ਜੀਆਂ ਨੂੰ ਗੁਰੂ ਧਾਰਨ ਕੀਤਾ। ਪ੍ਰਤਾਪ ਸੁਣਿਆ ਗਿਆ ਭਗਤ ਕਬੀਰ ਸਾਹਿਬ ਜੀਆਂ ਦਾ, ਕਿਉਂਕਿ ਸਾਧ ਸੰਗਤ ਇਹ ਆਪਣੇ ਮਨ ਵਿੱਚ ਹੋ ਸਕਦਾ ਹੈ ਵੀ ਭਗਤਾਂ ਦਾ ਪ੍ਰਤਾਪ ਕਿਹੋ ਜਿਹਾ ਹੋ ਸਕਦਾ, ਵੀ ਪ੍ਰਤਾਪ ਤਾਂ ਮਾਇਆ ਵਾਲੇ ਬੰਦੇ ਦਾ ਹੁੰਦਾ ਹੈ। ਜਿਹਦੇ ਕੋਲ ਚੰਗਾ ਧਨ ਦੌਲਤ ਹੋਵੇ, ਪ੍ਰਤਾਪ ਤਾਂ ਦੁਨੀਆ ਦੇ ਵਿੱਚ ਉਹਦਾ ਹੁੰਦਾ ਹੈ। ਜਿਵੇਂ ਆਪਣੇ ਪਿੰਡ ਵਿੱਚ ਹੀ ਲਾ ਲਓ ਵੀ ਜਿਹਦੇ ਕੋਲ ਸਾਰਿਆਂ ਨਾਲੋਂ ਵੱਧ ਮਾਇਆ ਹੋ ਗਈ, ਆਪਾਂ ਕਹਿੰਦੇ ਆ ਉਹਦਾ ਪ੍ਰਤਾਪ ਹੈ, ਉਹਦਾ ਸਿੱਕਾ ਚੱਲਦਾ ਹੈ, ਵੀ ਉਹਦਾ ਹੀ ਪ੍ਰਤਾਪ ਹੈ। ਪਰ ਇੱਥੇ ਭਾਈ ਗੁਰਦਾਸ ਜੀ ਆਖਦੇ ਨੇ, ਸੁਣ ਪ੍ਰਤਾਪ ਕਬੀਰ ਦਾ। ਜਿਹੜਾ ਭਗਤਾਂ ਦਾ ਪ੍ਰਤਾਪ ਹੁੰਦਾ ਹੈ ਉਹ ਨਾਮ ਰੂਪੀ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਹੜਾ ਸਾਡੇ ਕੋਲ ਦੁਨਿਆਵੀ ਲੋਕਾਂ ਕੋਲ ਮਾਇਆ ਦਾ ਹੁੰਦਾ ਹੈ ਉਹ ਥੋੜੇ ਸਮੇਂ ਦਾ ਹੁੰਦਾ ਹੈ। ਪੜੋ ਬਾਣੀ, ਮਹਾਰਾਜ ਕਹਿੰਦੇ, ਇਸ ਯੁਗ ਮੈਂ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ। ਮਹਾਰਾਜ ਕਹਿੰਦੇ ਇਸ ਦੁਨੀਆ ਦੇ ਵਿੱਚ ਸੋਭਾ ਕਿਸੇ ਦੀ ਤਾਂ ਉਹ ਸੱਚੀ ਸੋਭਾ ਉਹਦੀ ਹੈ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦਾ। ਇਸ ਜਗ ਮੈਂ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ ਹੋਏ। ਮਾਇਆ ਕੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ। ਮਾਇਆ ਦੀ ਸੋਭਾ ਕਾਦੀ ਸੋਭਾ? ਮਹਾਰਾਜ ਕਹਿੰਦੇ ਅੱਜ ਕਿਸੇ ਕੋਲ ਆ, ਕੱਲ ਨੂੰ ਕਿਸੇ ਕੋਲ ਚਲੀ ਜਾਣੀ ਆ। ਉਹ ਪ੍ਰਤਾਪ ਇੱਕ ਦੂਜੇ ਤੋਂ ਅੱਗੇ ਚਲੇ ਜਾਂਦਾ ਹੈ। ਉਹ ਮਾਇਆ ਦੀ ਸੋਭਾ ਕਾਦੀ ਸੋਭਾ? ਉਹ ਤਾਂ ਅੱਜ ਕਿਸੇ ਕੋਲ ਹੈ, ਚਾਰ ਛਿਲੜ ਕਿਸੇ ਕੋਲ ਆ ਗਏ, ਕੱਲ ਨੂੰ ਕਿਸੇ ਹੋਰ ਕੋਲ ਚਲੇ ਜਾਣਗੇ। ਇਹ ਮਾਇਆ ਦੀ ਸੋਭਾ ਚਾਰ ਦਿਹਾੜੇ, ਜਾਂਦੀ ਬਿਲਮ ਨਾ ਹੋ। ਇਹ ਤਾਂ ਮਹਾਰਾਜ ਕਹਿੰਦੇ ਐਵੇਂ ਆ ਜਿਵੇਂ ਥੋੜੇ ਸਮੇਂ ਵਾਸਤੇ ਬੱਦਲ ਆ ਜਾਣ, ਉਹ ਥੋੜੇ ਸਮੇਂ ਬਾਅਦ ਚਲੇ ਜਾਂਦੇ ਨੇ। ਬੱਦਲ ਰੂਪੀ ਮਾਇਆ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਾਣ। ਜਿਵੇਂ ਹੜ ਕਿਤੇ ਇਹ ਥੋੜਾ ਵੀ 12 ਮਹੀਨੇ ਚੜੇ ਹੀ ਰਹਿੰਦੇ ਨੇ, ਥੋੜੇ ਸਮੇਂ ਵਾਸਤੇ ਆਉਂਦੇ ਨੇ, ਚਲੇ ਜਾਂਦੇ ਨੇ। ਇਸੇ ਤਰ੍ਹਾਂ ਹੀ ਇਹ ਮਾਇਆ ਥੋੜੇ ਸਮੇਂ ਵਾਸਤੇ ਆਉਂਦੀ ਹੈ, ਫਿਰ ਦੁਬਾਰਾ ਕਿਸੇ ਹੋਰ ਕੋਲ ਚਲੀ ਜਾਵੇ। ਇਸ ਦੁਨੀਆ ਦੇ ਵਿੱਚ ਕਿਸੇ ਦੀ ਸੋਭਾ ਤਾਂ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸੋਭਾ ਹੈ। ਭਾਈ ਗੁਰਦਾਸ ਜੀ ਕਹਿੰਦੇ, ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਆ ਸੈਣ ਨਾਈ। ਪ੍ਰੇਮ ਭਗਤ ਰਾਤੀ ਕਰੈ ਭਲ ਕੈ, ਰਾਜ ਦੁਆਰੇ ਜਾਈ। ਜਿੱਥੇ ਜਿੱਥੇ ਭਗਤ ਸੈਣ ਜੀ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਨੇ, ਰਾਮ ਰਾਮ ਕਰਦੇ ਨੇ, ਉੱਥੇ ਆਪਣੀ ਕਿਰਤ ਵੀ ਕਰਦੇ ਨੇ। ਕਿਰਤ ਕੀ ਹੈ? ਉਸ ਸਮੇਂ ਦੇ ਰਾਜੇ ਦੇ ਦੁਆਰੇ ਜਾ ਕੇ ਸੇਵ ਕਮਾਉਣੀ, ਉਹਦੀ ਸੇਵਾ ਕਰਨੀ, ਉਹਨੂੰ ਜਾ ਕੇ ਇਸ਼ਨਾਨ ਪਾਣੀ ਕਰਾਉਣਾ, ਮੁੱਠੀ ਚਾਬੀ ਕਰਨੀ। ਇਹ ਭਗਤ ਸੈਣ ਜੀ ਦੀ ਕਿਰਤ ਸੀ। ਰੋਜ਼ਾਨਾ ਜਾਣਾ, ਰੁਟੀਨ ਵਿੱਚ ਆਪਣੀ ਕਿਰਤ ਵੀ ਕਰਨੀ, ਪ੍ਰੇਮਾ ਭਗਤੀ ਵੀ ਕਰਨੀ, ਆ ਕੇ ਪਰਮੇਸ਼ਰ ਦੀ ਯਾਦ ਵਿੱਚ ਵੀ ਜੁੜਨਾ। ਕਿਉਂਕਿ ਸਾਧ ਸੰਗਤ ਪ੍ਰੇਮਾ ਭਗਤੀ ਇਸ ਗੁਰੂ ਨਾਨਕ ਦੇ ਦਰ ਦੇ ਵਿੱਚੋਂ ਸਾਰਿਆਂ ਨਾਲੋਂ ਉੱਤਮ ਮੰਨੀ ਗਈ ਹੈ। ਇਸ ਤੋਂ ਵੀ ਉੱਤੇ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ, ਜਿਹੜਾ ਆਪਾਂ ਸਾਰੇ ਆਪ ਜੀ ਸੁਣਦੇ ਹੋ, ਅਸੀਂ ਕਰ ਰਹੇ ਹਾਂ। ਆਪਾਂ ਉਸ ਕਾਲ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਕਰਦੇ ਹਾਂ। ਇਸ ਕਲਯੁਗ ਦੇ ਸਮੇਂ ਅੰਦਰ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਮਹਾਰਾਜ ਕਹਿੰਦੇ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਲੱਭੀ ਜਪੀਐ ਲਾਏ ਧਿਆਨ। ਮਹਾਰਾਜ ਕਹਿੰਦੇ ਜੇ ਧਿਆਨ ਨਾਲ ਸੁਣਾਂਗੇ, ਧਿਆਨ ਨਾਲ ਗਾਵਾਂਗੇ, ਅੰਦਰੋਂ ਗਾਵਾਂਗੇ, ਕੀ ਹੋਊਗਾ? ਆਪ ਤਰੇ ਸਗਲੇ ਕੁੱਲ ਤਾਰੇ, ਹਰ ਦਰਗਹਿ ਪਤ ਸਿਉ ਜਾਏ। ਜਿਵੇਂ ਹੁਣ ਭਗਤ ਸੈਣ ਜੀ ਰੋਜ਼ਾਨਾ ਜਾਂਦੇ ਨੇ, ਸੇਵ ਆਪਣੀ ਕਿਰਤ ਵੀ ਕਰਦੇ ਨੇ। ਕਿਰਤ ਕਾਹਦੀ ਹੈ? ਵੀ ਰਾਜੇ ਦੀ ਸੇਵਾ ਕਰਨੀ। ਸਮੇਂ ਬਾਅਦ ਉਹ ਮਾਇਆ ਦਿੰਦਾ ਹੈ। ਪ੍ਰੇਮਾ ਭਗਤੀ ਵੀ ਕਰਦੇ ਨੇ।
ਇੱਕ ਦਿਨ ਐਸਾ ਆਣ ਜੀਆਂ ਭਾਈ ਗੁਰਦਾਸ ਜੀ ਲਿਖਦੇ ਨੇ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ। ਭਗਤ ਸੈਣ ਜੀਆਂ ਦਾ ਘਰ ਪੁੱਛਦੇ ਹੋਏ ਭਗਤ ਸੈਣ ਜੀਆਂ ਦੇ ਘਰ ਆਏ, ਕਹਿਣ ਲੱਗੇ ਵੀ ਇੱਥੇ ਸੈਣ ਨਾਮ ਕਰਕੇ ਇੱਕ ਭਗਤ ਰਹਿੰਦਾ ਹੈ, ਅਸੀਂ ਕੀਰਤਨ ਕਰੀਏ ਤੁਹਾਡੇ ਘਰ। ਭਗਤ ਸੈਣ ਜੀਆਂ ਨੂੰ ਕਹਿਣ ਲੱਗੇ, ਜਿਹੜੇ ਕਿਉਂਕਿ ਲਿਖਿਆ ਨਾ ਭਾਈ ਗੁਰਦਾਸ ਜੀ ਨੇ, ਆਏ ਸੰਤ ਪ੍ਰਾਹੁਣੇ, ਜਿਨ੍ਹਾਂ ਨੂੰ ਲੰਮੇ ਸਮੇਂ ਤੋਂ ਬਾਅਦ ਉਡੀਕ ਰਵੇ ਵੀ ਸਾਡੇ ਘਰ ਉਹ ਫਲਾਨਾ ਆਊਗਾ ਚੱਲ ਕੇ, ਉਹਨਾਂ ਨੂੰ ਪ੍ਰਾਹੁਣੇ ਆਖਿਆ ਜਾਂਦਾ ਹੈ। ਜਿਹੜਾ ਦੂਏ ਤੀਏ ਦਿਨ ਉੱਠ ਕੇ ਸਾਡੇ ਘਰ ਆ ਜਾਵੇ ਅਸੀਂ ਉਹਨੂੰ ਪ੍ਰਾਹੁਣਾ ਨਹੀਂ ਮੰਨਦੇ। ਭਗਤ ਸੈਣ ਨੂੰ ਉਡੀਕ ਸੀ ਵੀ ਸਾਡੇ ਘਰ ਸੰਤ ਆਉਣਗੇ, ਬੜੇ ਲੰਮੇ ਸਮੇਂ ਤੋਂ ਬਾਅਦ ਉਡੀਕ ਹੋਵੇ ਜਿਹਨੂੰ, ਉਹਨੂੰ ਪ੍ਰਾਹੁਣਾ ਆਖਿਆ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ। ਸਾਰੀ ਰਾਤ ਭਗਤ ਸੈਣ ਜੀਆਂ ਦੇ ਘਰ ਉਹ ਸੰਤਾਂ ਨੇ, ਮਹਾਂਪੁਰਸ਼ਾਂ ਨੇ ਕੀਰਤਨ ਕੀਤਾ। ਨਾਲੇ ਭਗਤ ਸੈਣ ਜੀ ਵੀ ਪੜ੍ਹਦੇ ਨੇ, ਪੜ੍ਹ ਲਓ ਪ੍ਰੇਮ ਨਾਲ। ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਗੁਰਦੇਵ ਮੇਰੇ ਘਰ ਆਏ, ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਵੇ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਘਰ ਸੰਤ ਪ੍ਰਾਹੁਣੇ ਆਏ, ਹੰਸਾਂ ਦੀਆਂ ਬਨ ਭੰਡਾਰਾਂ। ਸੰਤ ਪ੍ਰਾਹੁਣੇ ਆਏ, ਹੰਸਾਂ ਦੀਆਂ ਬਨ ਭੰਡਾਰਾਂ। ਪ੍ਰਾਹੁਣੇ ਆਏ, ਹੰਸਾਂ ਦੀਆਂ ਬਨ ਭੰਡਾਰਾਂ। ਘਰ ਸੰਤ ਪ੍ਰਾਹੁਣੇ ਆਏ, ਸੰਤ ਪ੍ਰਾਹੁਣੇ ਆਏ, ਹੰਸਾਂ ਦੀਆਂ ਬਨ ਭੰਡਾਰਾਂ। ਪ੍ਰਾਹੁਣੇ ਆਏ, ਮੈਂ ਦਰਿਆ ਖੋਲ ਵਿਛਾਵਾਂ, ਮੈਂ ਬਾਣੀ ਪੜ੍ਹਦੀ ਜਾਵਾਂ। ਨਾਲ ਦਰਿਆ ਖੋਲ ਵਿਛਾਵਾਂ, ਬਾਣੀ ਪੜ੍ਹਦੀ ਜਾਵਾਂ। ਦਰਿਆ ਖੋਲ ਵਿਛਾਵਾਂ, ਬਾਣੀ ਪੜ੍ਹਦੀ ਜਾਵਾਂ। ਬਾਣੀ ਪੜ੍ਹਦੀ ਜਾਵਾਂ। ਦਰਿਆ ਖੋਲ, ਬਾਣੀ ਪੜ੍ਹਦੀ ਜਾਵਾਂ। ਦਰਿਆ ਖੋਲ ਵਿਛਾਵਾਂ। ਬਾਣੀ ਪੜ੍ਹਦੇ ਮੈਂ ਕਿਉਂ ਨਾ ਸਦਕੇ ਜਾਵਾਂ, ਮੈਂ ਕਿਉਂ ਨਾ ਸਦਕੇ ਜਾਵਾਂ। ਜੈ ਹੋ ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਇਹ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਗੁਰਦੇਵ ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਮੇਰੇ ਘਰ ਆਏ, ਚੱਲ ਆਈਆਂ ਨਾਲ ਬਹਾਰਾਂ। ਹਾਂ, ਜਿਨ੍ਹਾਂ ਦਾ ਅੰਦਰੋਂ ਪ੍ਰੇਮ ਹੁੰਦਾ ਪਰਮੇਸ਼ਰ ਨਾਲ, ਉਹਨਾਂ ਨੂੰ ਇਸ ਤਰ੍ਹਾਂ ਹੀ ਪ੍ਰਤੀਤ ਹੁੰਦਾ ਵੀ ਗੁਰਦੇਵ ਆਏ ਨੇ ਘਰੇ। ਉਹਨਾਂ ਦੇ ਅੰਦਰ ਚਾਅ ਪੈਦਾ ਹੋ ਜਾਂਦਾ ਹੈ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿੱਥੇ ਵੀ ਚਲੇ ਜਾਂਦੇ ਨੇ, ਉਹ ਸੇਵਕਾਂ ਦੇ ਅੰਦਰ ਚਾਅ ਪੈਦਾ ਹੋ ਜਾਂਦਾ, ਸਾਡੇ ਘਰ ਗੁਰੂ ਆਏ ਨੇ। ਇਸੇ ਤਰ੍ਹਾਂ ਹੀ ਹੁਣ ਭਗਤ ਸੈਣ ਜੀਆਂ ਦੇ ਅੰਦਰ ਵੀ ਮਨ ਦੇ ਵਿੱਚ ਚਾਅ ਆਇਆ ਹੈ
ਵੀ ਸਾਡੇ ਘਰ ਸੰਤ ਪ੍ਰਾਹੁਣੇ ਆਏ ਨੇ, ਸਾਰੀ ਰਾਤ ਕੀਰਤਨ ਹੋਈ ਗਿਆ। ਅੱਗੇ ਲਿਖਿਆ ਭਾਈ ਗੁਰਦਾਸ ਜੀਆਂ ਨੇ, ਕਹਿੰਦੇ ਛੱਡ ਨਾ ਸਾਕਿਆ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਹੁਣ ਛੱਡ ਕੇ ਕਿਵੇਂ ਜਾਣ ਭਗਤ ਸੈਣ ਜੀ, ਘਰ ਤਾਂ ਸਾਰੀ ਰਾਤ ਕੀਰਤਨ ਹੋਈ ਗਿਆ। ਇਹੋ ਜੀ ਲਿਵ ਲੱਗੀ ਹੋਈ ਹੈ, ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ। ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਵੀ ਕਿਵੇਂ ਛੱਡ ਕੇ ਜਾਵਾਂ, ਸੰਤਾਂ ਨੂੰ ਕੀਰਤਨ ਕਰਦੇ ਨੇ। ਭਾਵ ਕਿ 100 ਤੇ 100% ਹੀ ਲਿਵ ਪਰਮੇਸ਼ਰ ਦੇ ਨਾਮ ਵੱਲ ਲੱਗੀ ਹੋਈ ਹੈ। ਪੂਰੀ ਲਿਵ ਪਰਮੇਸ਼ਰ ਦੇ ਨਾਮ ਨਾਲ ਕੀਰਤਨ ਦੇ ਵਿੱਚ ਮਗਨ ਹੋਏ ਨੇ। ਆਏ ਤਾਂ ਹੁਣ ਆਪਾਂ ਵੀ ਆ, ਸਾਡੀ 50% ਇੱਥੇ ਖੜੀ ਹੈ, ਸੁਰਤ 50% ਪਿੱਛੇ ਵੀ ਹੈ। ਆਏ ਆਪਾਂ ਵੀ ਆ, ਇੱਥੇ ਕੀਰਤਨ ਸੁਣਦੇ ਆ, 50% ਦਾ ਵੀ ਬਾਬਾ ਕੀ ਆਖਦਾ ਉਹ ਸੁਣਦੇ ਆ, 50 ਪਿੱਛੇ ਨੂੰ ਆ ਵੀ ਕਿਤੇ ਪਿੱਛੇ ਕੋਈ ਜਿੰਦਾ ਨਾ ਭੰਨ ਦੇ, ਕੋਈ ਆ ਨਾ ਕਰ ਜੇ, ਕੋਈ ਚੀਜ਼ ਨਾ ਹੁੰਦਾ ਨਾ। 50% ਪਿੱਛੇ ਵੀ ਆ, 50 ਅੱਗੇ ਵੀ ਆ। ਇਹ ਸਾਡੇ ਮਨ ਦੀ ਇਹ ਹੈ। ਪਰ ਭਗਤ ਸੈਣ ਜੀ ਲੱਗੇ ਹੋਏ ਨੇ ਸਾਰੀ ਲਿਵ ਪਰਮੇਸ਼ਰ ਦੇ ਨਾਲ। ਇੱਥੋਂ ਤੱਕ ਇਹ ਵੀ ਭੁੱਲ ਗਏ ਵੀ ਜਿਹੜੀ ਮੈਂ ਰੋਜ਼ਾਨਾ ਆਪਣੀ ਕਿਰਤ ਕਰਨ ਵਾਸਤੇ ਰਾਜੇ ਦੀ ਸੇਵਾ ਕਰਨ ਜਾਂਦਾ, ਮੈਂ ਤਾਂ ਉਹ ਸਮਾਂ ਵੀ ਨਾ, ਉਹ ਸਮਾਂ ਵੀ ਲੰਘੀ ਜਾਂਦਾ, ਮੈਂ ਕਿਵੇਂ ਛੱਡ ਕੇ ਜਾਵਾਂ। ਇਹ ਸਾਡੇ ਮਨ ਵਿੱਚ ਖਿਆਲ ਆ ਸਕਦਾ ਵੀ ਇਹ ਵੀ ਕੋਈ ਛੱਡ ਕੇ ਜਾਣ ਵਾਲੀ ਗੱਲ ਹੈ, ਵੀ ਕੀਰਤਨ ਨੂੰ ਵੀ ਛੱਡਿਆ ਜਾ ਸਕਦਾ ਹੈ। ਕਿੱਡੀ ਕੁ ਗੱਲ ਹੈ ਵੀ ਕੀਰਤਨ ਛੱਡ ਕੇ ਉੱਠ ਕੇ ਪਰੇ ਹੋ ਜੇ। ਭਾਈ ਗੁਰਦਾਸ ਜੀ ਲਿਖਦੇ ਨੇ, ਛੱਡ ਨਾ ਸਾਕਿਆ ਸੰਤ ਜਨ, ਕਹਿੰਦੇ ਮੈਂ ਇਹਨਾਂ ਨੂੰ ਛੱਡ ਹੀ ਨਹੀਂ ਸਕਦਾ। ਸਾਧ ਸੰਗਤ ਸਾਨੂੰ ਇੰਨਾ ਕੁ ਪਤਾ ਹੈ, ਸਾਨੂੰ ਕੀਰਤਨ ਦਾ ਤਾਂ ਨਹੀਂ ਪਤਾ ਵੀ ਕੀਰਤਨ ਛੱਡਿਆ ਜਾ ਸਕਦਾ ਜਾਂ ਨਹੀਂ ਛੱਡਿਆ ਜਾ ਸਕਦਾ। ਸਾਨੂੰ ਇੰਨਾ ਕੁ ਪਤਾ ਵੀ ਅਸੀਂ ਸ਼ਰਾਬ ਨਹੀਂ ਛੱਡ ਸਕਦੇ। ਸਾਨੂੰ ਇੰਨਾ ਕੁ ਪਤਾ ਵੀ ਜਿਹੜੀ ਮੈਂ ਅਮਲ ਖਾਨਾ, ਮੈਂ ਭੁੱਖੀ ਖਾਨਾ, ਮੈਥੋਂ ਇਹ ਨਹੀਂ ਛੱਡੀ ਜਾ ਸਕਦੀ। ਸਾਨੂੰ ਇੰਨਾ ਕੁ ਪਤਾ ਵੀ ਮੈਂ ਆਹ ਨਸ਼ਾ ਕਰਦਾ, ਮੈਥੋਂ ਚਿੱਟਾ ਨਹੀਂ ਛੱਡਿਆ ਜਾ ਸਕਦਾ। ਸਾਧ ਸੰਗਤ ਜੇ ਬਾਣੀ ਪੜ੍ਹੀ ਹੈ ਨਾ, ਮਹਾਰਾਜ ਨੇ ਕੀਰਤਨ ਨੂੰ ਵੀ ਇਸ਼ਕ ਹੀ ਲਿਖਿਆ, ਕੀਰਤਨ ਨੂੰ ਵੀ ਇੱਕ ਨਸ਼ਾ ਲਿਖਿਆ। ਕੋਈ ਉਸ ਨਸ਼ੇ ਤੇ ਲੱਗ ਜਾਂਦਾ ਹੈ, ਕੋਈ ਕੀਰਤਨ ਦੇ ਨਸ਼ੇ ਤੇ ਲੱਗ ਜਾਂਦਾ ਹੈ। ਇਹ ਵੀ ਕੋਈ ਛੱਡਣ ਵਾਲੀ ਚੀਜ਼ ਨਹੀਂ। ਇਹ ਤਾਂ ਸਾਡੇ, ਅਸੀਂ ਕਲਯੁਗੀ ਜੀਵ ਆ, ਸਾਡੇ ਮਨ ਵਿੱਚ ਖਿਆਲ ਆਉਂਦਾ ਵੀ ਇਹ ਕੀਰਤਨ ਤਾਂ ਵਾਧੂ ਬੰਦਿਆਂ ਦਾ ਕੰਮ ਹੈ, ਬਾਣੀ ਪੜ੍ਹਨੀ ਇਹ ਤਾਂ ਵਾਧੂ ਬੰਦਿਆਂ ਦਾ ਕੰਮ ਹੈ, ਗੁਰਦੁਆਰੇ ਜਾਣਾ ਇਹ ਤਾਂ ਵਾਧੂ ਬੰਦਿਆਂ ਦਾ ਕੰਮ ਹੈ, ਫਾਲਤੂ ਸਮੇਂ ਦੇ ਵਿੱਚੋਂ ਇਹ ਜਾਣਾ। ਪਰ ਸਾਧ ਸੰਗਤ ਸਾਡੀ ਬਦਕਿਸਮਤੀ ਇੰਨੀ ਹੈ, ਜਿਹੜੀ ਚੀਜ਼ ਤੋਂ ਸਾਨੂੰ ਮਿਲਣਾ ਕੱਖ ਨਹੀਂ, ਉਸ ਚੀਜ਼ ਨੂੰ ਅਸੀਂ ਕਹਿੰਦੇ ਅਸੀਂ ਇਹਨੂੰ ਛੱਡ ਨਹੀਂ ਸਕਦੇ। ਜਿਹੜੀ ਚੀਜ਼ ਨੂੰ ਫੜਨਾ ਸੀ ਉਸ ਨੂੰ ਅਸੀਂ ਛੱਡੀ ਬੈਠੇ ਹਾਂ। ਸ਼ਰਾਬ ਪੀਂਦੇ ਆ, ਮਹਾਰਾਜ ਕਹਿੰਦੇ ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਈ। ਮਹਾਰਾਜ ਕਹਿੰਦੇ ਜਿਹਦੇ ਪੀਣ ਕਰਕੇ ਤੇਰੇ ਉਹ ਸ਼ਰਾਬ ਅੰਦਰ ਜਾਂਦੀ ਹੈ, ਮਤ ਬਾਹਰ ਆ ਜਾਂਦੀ ਹੈ। ਭਾਵ ਅਸੀਂ ਪੜ੍ਹਦੇ ਹੀ ਨਹੀਂ, ਅਸੀਂ ਤਾਂ ਬੋਤਲਾਂ ਦੇ ਉੱਤੇ ਵੀ ਲਿਖਿਆ ਹੁੰਦਾ ਹੈ ਵੀ ਸਿਹਤ ਲਈ ਹਾਨੀਕਾਰਕ ਹੈ, ਪਰ ਨਹੀਂ, ਸਾਨੂੰ ਤਾਂ ਇਹੀ ਦਿਖਦਾ ਹੈ। ਆ ਵੇਖ ਲਓ, ਉਹਨਾਂ ਬੋਰਡ ਮੋਟੇ ਅੱਖਰਾਂ 'ਚ ਕਿਸੇ ਗੁਰਦੁਆਰੇ ਦਾ ਨਹੀਂ ਲਿਖਿਆ ਹੁੰਦਾ, ਉਹਨੇ ਮੋਟੇ ਅੱਖਰਾਂ 'ਚ ਕਿਤੇ ਮੈਡੀਕਲ ਦਵਾਈਆਂ ਦਾ ਨਹੀਂ ਲਿਖਿਆ ਹੁੰਦਾ, ਜਿੰਨੇ ਮੋਟੇ ਅੱਖਰਾਂ 'ਚ ਲਾਲ ਸਿਆਹੀ ਨਾਲ ਵੀ ਲਿਖਿਆ ਹੁੰਦਾ ਵੀ ਠੇਕਾ ਸ਼ਰਾਬ ਦੇਸੀ ਦਾ। ਉਹ ਕਿਉਂ ਲਿਖਿਆ ਹੁੰਦਾ ਪਤਾ? ਉਹ ਤਾਂ ਲਿਖਿਆ ਹੁੰਦਾ ਵੀ ਕਿਤੇ ਬੁੱਢੇ ਸਰੀਰ ਦਾ ਕਿਤੇ ਨਿਗਾਹ ਘਟੀ ਹੋਵੇ, ਕਿਤੇ ਉਹ ਵੀ ਨਾ ਲੰਘ ਜੇ, ਆਖੋ ਸਤਨਾਮ, ਤਾਂ ਲਿਖਿਆ ਹੁੰਦਾ। ਭਾਵ ਕਿ ਜਿਹੜੀ ਚੀਜ਼ ਨੂੰ ਅਸੀਂ ਛੱਡਣਾ ਸੀ ਉਹ ਅਸੀਂ ਛੱਡੀ ਨਹੀਂ, ਉਹਨੂੰ ਤਾਂ ਫੜਿਆ ਹੋਇਆ, ਉਹ ਤਾਂ ਅਸੀਂ ਆਖਦੇ ਵੀ ਇਹ ਤਾਂ ਸਾਤੋਂ ਛੱਡ ਨਹੀਂ ਹੁੰਦਾ। ਪਰ ਜਿਹੜੀ ਚੀਜ਼ ਨੂੰ ਅਸੀਂ ਫੜਨਾ ਸੀ, ਕੀਰਤਨ ਨੂੰ ਫੜਨਾ ਸੀ, ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਵੀ ਇੱਕ ਇਸ਼ਕ ਹੈ। ਜਿਨ੍ਹਾਂ ਨੂੰ ਕੀਰਤਨ ਦਾ ਇਸ਼ਕ ਹੋ ਜਾਵੇ ਉਹ ਆਖਦੇ ਨੇ ਵੀ ਕਦੋਂ ਲੱਗੇ ਵੀ ਅਸੀਂ ਸੁਣੀਏ ਬਹਿ ਕੇ ਸਾਹਮਣੇ। ਮਹਾਰਾਜ ਕਹਿੰਦੇ ਪੋਸਤ, ਫੀਮ, ਭੰਗ, ਮਦ, ਇਹ ਨਸ਼ੇ ਨੇ ਮਹਾਰਾਜ ਨੇ ਤਿੰਨੇ ਗਿਣਾਏ ਨੇ। ਪੋਸਤ ਦਾ ਨਸ਼ਾ, ਭੰਗ ਦਾ ਨਸ਼ਾ, ਫੀਮ ਦਾ ਨਸ਼ਾ। ਪੋਸਤ, ਫੀਮ, ਭੰਗ, ਮਦ ਉਤਰ ਜਾਹੇ ਪ੍ਰਵਾਤ। ਜਿਹੜਾ ਇਹ ਨਸ਼ਾ ਕਰੋਗੇ ਇਹ ਤੁਸੀਂ ਰਾਤ ਨੂੰ ਕਰੋਗੇ, ਸਵੇਰ ਨੂੰ ਉਤਰ ਜਾਣਾ। ਜਿਹੜਾ ਸਵੇਰੇ ਕਰੋਗੇ ਉਹ ਰਾਤ ਨੂੰ ਉਤਰ ਜਾਣਾ।
ਪਰ ਮਹਾਰਾਜ ਕਹਿੰਦੇ ਇਹ ਜਿਹੜਾ ਕੀਰਤਨ ਦਾ ਇਸ਼ਕ ਆ ਨਾ, ਜਿਹੜੇ ਉਹ ਨਾਮ ਦੀ ਖੁਮਾਰੀ ਹੈ, ਮਹਾਰਾਜ ਕਹਿੰਦੇ ਪੋਸਤ ਫਿੰਗ ਭਗ ਮਦ ਉੱਤਰ ਜਾਹੇ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨਾਂ। ਪੜੋ ਪ੍ਰੇਮ ਨਾਲ। ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ, ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ, ਨਾਮ ਖੁਮਾਰੀ ਨਾਨਕਾ, ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ। ਕੁਮਾਰੀ ਨਾਨਕਾ, ਰਸ ਹਰੀ ਦੇ ਨਾਮ ਵਾਲਾ ਪੀ ਲੈ, ਕਾਹੂ ਮਨਾ ਕਰੇ ਡੋਰ, ਰਸ ਹਰੀ ਦੇ ਨਾਮ ਵਾਲਾ, ਕਾਹੂ ਮਨਾ ਕਰੇ ਡੋਰ ਦਾ, ਰਸ ਹਰੀ ਦੇ ਨਾਮ ਵਾਲਾ ਪੀ ਲੈ, ਕਾਹੂ ਮਨਾ ਕਰੇ ਡੋਰ ਦਾ, ਰਸ ਹਰੀ ਦੇ ਨਾਮ ਵਾਲਾ ਪੀ ਲੈ, ਕਾਹੂ ਮਨਾ ਕਰੇ ਡੋਰ ਦਾ, ਰਸ ਹਰੀ ਦੇ ਨਾਮ ਵਾਲਾ ਪੀ ਲੈ, ਕਾਹੂ ਮਨਾ ਫਿਰੇ ਡੋਲ ਦਾ, ਰਸ ਹਰੀ ਦੇ ਨਾਮ ਵਾਲਾ ਪੀ ਕਬੀਰ ਜਗਮਗ ਕਹਾਂ ਕਰੈ, ਕਹਾਂ ਡੁਲਾਵੇ, ਸਰਬ ਸੁਖ ਕੋ ਨਾਇਕ, ਰਾਮ ਰਸ ਲਿਓ। ਮਹਾਰਾਜ ਕਹਿੰਦੇ ਕਿਉਂ ਮਨਾ ਬਿੰਦ ਕਬਾੜ ਡੋਲਦਾ ਫਿਰਦਾ ਹੈ? ਉਹ ਨਸ਼ਾ ਕਰ ਲੈ। ਮਹਾਰਾਜ ਕਹਿੰਦੇ ਜਿਹੜਾ ਸਦਾ ਹੀ ਚੜਿਆ ਰਹੇ। ਉਹ ਨਸ਼ਾ ਕਿਹੜਾ ਹੈ? ਮਹਾਰਾਜ ਕਹਿੰਦੇ ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਾਸ਼ਾ। ਉਹ ਆਨੰਦ ਵਾਲਾ ਰਸ ਪੀ ਲੈ, ਉਹ ਪਰਮੇਸ਼ਰ ਦੇ ਨਾਮ ਦਾ ਰਸ ਪੀ ਲੈ, ਜਿਹੜਾ ਮਹਾਰਾਜ ਕਹਿੰਦੇ ਕਦੇ ਉਤਰੂਗਾ ਨਹੀਂ, ਸਦਾ ਚੜ੍ਹੇ ਹੀ ਰਹੇ। ਸਾਧ ਸੰਗਤ ਅੱਗੇ ਫਿਰ ਭਾਈ ਗੁਰਦਾਸ ਜੀ ਆਖਦੇ ਵੀ ਜਦੋਂ ਭਗਤ ਸੈਣ ਜੀਆਂ ਦੀ ਐਸੀ ਲਿਵ ਲੱਗੀ, ਉਹ ਪਰਮੇਸ਼ਰ ਦੀ ਯਾਦ ਅੰਦਰ ਜੁੜੇ ਰਹੇ ਨਾ, ਛੱਡ ਨਾ ਸਕੈ ਸੰਤ ਜਨ, ਰਾਜ ਦਵਾਰ ਨਾ ਸੇਵਕ ਮਾਈ। ਜਦੋਂ ਉਹ ਜਿਹੜਾ ਰੋਜ਼ਾਨਾ ਦਾ ਨਿਯਮ ਸੀ, ਸੇਵਾ ਕਰਨ ਜਾਣਾ ਸੀ ਰਾਜੇ ਦੀ, ਇਸ਼ਨਾਨ ਪਾਣੀ ਕਰਾਉਣਾ ਸੀ, ਉਹ ਵੀ ਸਮਾਂ ਖੁੰਝ ਗਿਆ। ਫਿਰ ਸਾਧ ਸੰਗਤ ਅੱਗੇ ਭਾਈ ਗੁਰਦਾਸ ਜੀ ਲਿਖਦੇ ਨੇ, ਸੈਣ ਰੂਪ ਹਰ ਹੋਏ ਕੈ, ਆਇਆ ਰਾਣੇ ਨੂੰ ਰਜਾਈ। ਇੱਧਰ ਭਗਤ ਸੈਣ ਜੀ ਤਾਂ ਜਿਵੇਂ ਕੀਰਤਨ ਹੋ ਰਿਹਾ ਸਾਰੀ ਰਾਤ, ਉਸੇ ਤਰ੍ਹਾਂ ਉਸ ਲਿਵ ਵਿੱਚ ਲੱਗੇ ਹੋਏ ਨੇ, ਰਾਜ ਦਵਾਰ ਵੀ ਨਹੀਂ ਗਏ। ਪਰ ਇੱਧਰ ਭਗਵਾਨ ਨੇ ਭਗਤ ਸੈਣ ਜੀਆਂ ਦਾ ਰੂਪ ਲੈ ਕੇ ਉਸ ਰਾਜੇ ਦੇ ਦਵਾਰ ਅੰਦਰ ਗਏ ਨੇ। ਸੈਣ ਰੂਪ ਹਰ ਹੋਏ ਕੈ, ਆਇਆ ਰਾਣੇ ਨੂੰ ਰਜਾਈ। ਜਿਵੇਂ ਭਗਤ ਸੈਣ ਜੀ ਰੋਜ਼ਾਨਾ ਦਾ ਨਿਯਮ ਸੀ, ਉਸੇ ਤਰ੍ਹਾਂ ਹੀ ਭਗਵਾਨ ਨੇ ਸੈਣ ਦਾ ਰੂਪ ਲਿਆ ਹੋਇਆ ਹੈ। ਜਿਵੇਂ ਰੋਜ਼ਾਨਾ ਦਾ ਨਿਯਮ ਸੀ, ਉਸੇ ਤਰ੍ਹਾਂ ਇਸ਼ਨਾਨ ਪਾਣੀ ਕਰਾਇਆ, ਉਹਦੀ ਮੁੱਠੀ ਚਾਬੀ ਕੀਤੀ ਹੈ, ਸੇਵਾ ਕੀਤੀ ਹੈ, ਸੇਵਾ ਸੰਭਾਲੀ ਹੈ। ਅਗਲਾ ਦਿਨ ਹੋਇਆ, ਅੰਮ੍ਰਿਤ ਵੇਲਾ ਹੋਇਆ। ਭਗਤ ਸੈਣ ਜੀ ਨੇ ਅੰਮ੍ਰਿਤ ਵੇਲੇ ਨੂੰ ਜਿੰਨੇ ਵੀ ਸੰਤ ਜਨ ਆਏ ਹੋਏ ਸੀ, ਸਮਾਪਤੀ ਹੋਈ ਹੈ ਕੀਰਤਨ ਦੀ। ਸਾਜਣਾ ਨੂੰ ਵਿਦਾ ਕਰ, ਰਾਜ ਦਵਾਰ ਗਿਆ ਸ਼ਰਮਾਈ। ਭਾਈ ਗੁਰਦਾਸ ਜੀ ਲਿਖਦੇ ਨੇ ਵੀ ਸਾਧ ਜਨਾਂ ਨੂੰ ਵਿਦਾ ਕਰਕੇ ਭਾਈ ਗੁਰਦਾਸ ਜੀ ਸਾਧ ਸੰਗਤ ਸ਼ਰਮਾਉਂਦੇ ਹੋਏ ਨਾ ਰਾਜ ਦਵਾਰ ਦੇ ਵਿੱਚ ਦੁਬਾਰਾ ਜਾਂਦੇ ਨੇ।
ਵੀ ਵੇਖਾਂ ਮੈਂ ਕਿਹੜਾ ਮੂੰਹ ਲੈ ਕੇ ਜਾਵਾਂ ਵੀ ਉੱਥੇ ਤਾਂ ਉਹਨੇ ਕਹਿਣਾ ਰਾਜੇ ਨੇ ਵੀ ਤੂੰ ਸੇਵਾ ਕਰਨੀ ਆਇਆ। ਕੀ ਗੱਲ ਤੂੰ ਸੇਵਾ ਕਰਨੀ ਆਇਆ, ਮੈਨੂੰ ਝਿੜਕੂਗਾ। ਪਰ ਸਾਧ ਸੰਗਤ ਜਦੋਂ ਹੀ ਭਗਤ ਸੈਣ ਜੀ ਨੂੰ ਦੂਰੋਂ ਵੇਖਦਾ ਨਾ ਰਾਜਾ ਵੀ ਭਗਤ ਸੈਣ ਆਇਆ, ਅੱਗੇ ਭਾਈ ਗੁਰਦਾਸ ਜੀ ਲਿਖਦੇ ਨੇ, ਰਾਣੇ ਦੂਰੋਂ ਸੱਦ ਕੇ ਦੂਰੋਂ ਹੀ ਆਵਾਜ਼ਾਂ ਮਾਰਦਾ ਰਾਜਾ, ਕਹਿਣ ਲੱਗਿਆ ਸੈਣ ਜੀ ਆਓ ਆਓ, ਮੈਂ ਤੁਹਾਡੀ ਉਡੀਕ ਦੇ ਵਿੱਚ ਹੀ ਆ। ਕੀ ਗੱਲ ਥੱਕੇ ਨਹੀਂ ਤੁਸੀਂ, ਆਰਾਮ ਨਹੀਂ ਕਰਨ ਲੱਗੇ? ਰਾਣੇ ਦੂਰੋਂ ਸੱਦ ਕੇ ਗੱਲੋਂ ਕੁਆਏ ਖੋਲ ਪੈਣਾ ਹੈ। ਭੱਜ ਕੇ ਭਗਤ ਸੈਣ ਜੀਆਂ ਨੂੰ ਗਲਵਕੜੀ ਦੇ ਵਿੱਚ ਲਿਆ, ਜਿਹੜੇ ਆਪਦੇ ਉੱਤੇ ਸੋਹਣਾ ਪੋਸ਼ਾਕਾ ਪਾਇਆ ਹੋਇਆ ਰਾਜੇ ਨੇ, ਉਹੀ ਪੋਸ਼ਾਕਾ ਆਪਣੇ ਉੱਤੋਂ ਖੋਲ ਕੇ ਭਗਤ ਸੈਣ ਜੀਆਂ ਦੇ ਉੱਪਰ ਪਾਤਾ। ਆਖੋ ਸਤਨਾਮ। ਕਿਉਂ ਪਾਇਆ? ਕਹਿਣ ਲੱਗਿਆ ਵਸ ਕੀਤਾ ਹੋ ਤੁਧ, ਵਸ ਕੀਤਾ ਹੋ ਤੁਧ ਅੱਜ। ਬੋਲੇ ਰਾਜਾ ਸੁਣੇ ਲੁਕਾਈ, ਸਾਰੀ ਦੁਨੀਆ ਸਾਰੀ ਲੁਕਾਈ ਖੜੀ ਸੁਣਦੀ ਹੈ ਵੀ ਤੂੰ ਮੈਨੂੰ ਅੱਜ ਵਸ ਚ ਕਰ ਲਿਆ। ਕਿਉਂ ਕਰ ਲਿਆ? ਜਿਹੜੀ ਰਾਤ ਤੂੰ ਮੇਰੀ ਸੇਵਾ ਕੀਤੀ ਹੈ, ਰਾਤ ਮੇਰੀ ਮੁੱਠੀ ਚਾਪੀ ਕੀਤੀ ਹੈ, ਸੇਵਾ ਕੀਤੀ ਹੈ, ਇਹੋ ਜੀ ਸੇਵਾ ਤੂੰ ਅੱਗੇ ਕਦੇ ਵੀ ਨਹੀਂ ਕੀਤੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਰਾਜਨ ਤੈਨੂੰ ਭੁਲੇਖਾ ਪਿਆ, ਕੋਈ ਹੋਰ ਹੋ ਸਕਦਾ। ਮੈਂ ਤਾਂ ਮੇਰੇ ਘਰ ਤਾਂ ਸੰਤ ਆਏ ਹੋਏ ਸੀ ਵੀ ਮੈਂ ਤਾਂ ਸਾਰੀ ਰਾਤ ਕੀਰਤਨ ਦੇ ਵਿੱਚ ਸੀ, ਐਸੀ ਪਰਮੇਸ਼ਰ ਨਾਲ ਲਿਵ ਲੱਗੀ ਕੀਰਤਨ ਦੇ ਵਿੱਚ ਮੇਰਾ ਮਨ ਜੁੜਿਆ। ਮੈਂ ਤਾਂ ਸਾਰੀ ਰਾਤ ਉਸੇ ਤਰ੍ਹਾਂ ਲੰਘਾ ਦਿੱਤੀ। ਮੈਂ ਤਾਂ ਹੁਣ ਤੇਥੋਂ ਸ਼ਰਮ ਦਾ ਮਾਰਾ ਮਾਫੀ ਮੰਗਣ ਆਇਆ ਵੀ ਮੈਨੂੰ ਮਾਫ ਕਰ ਦੇ, ਮੈਂ ਰਾਤ ਤੇਰੇ ਦੁਆਰ ਆ ਕੇ ਸੇਵਾ ਨਹੀਂ ਕੀਤੀ ਤੇਰੀ। ਕਹਿਣ ਲੱਗਿਆ ਨਹੀਂ ਭਗਤ ਸੈਣ, ਤੇਰਾ ਹੀ ਰੂਪ ਸੀ, ਇਨ ਬਿਨ ਤੂੰ ਹੀ ਸੀ। ਜਿਹੜੀ ਰਾਤ ਤੂੰ ਸੇਵਾ ਕੀਤੀ ਹੈ ਅੱਗੇ ਕਦੇ ਵੀ ਨਹੀਂ ਕੀਤੀ। ਜਦੋਂ ਇੰਨਾ ਸੁਣਦੇ ਨਾ ਫਿਰ ਭਗਤ ਸੈਣ ਜੀ ਆਖਦੇ ਨੇ, ਉਹ ਠੀਕ ਹੈ ਰਾਜਨ, ਲੱਗ ਗਿਆ ਪਤਾ, ਜਿਹਦੀ ਯਾਦ ਵਿੱਚ ਮੈਂ ਬੈਠਾ ਸੀ ਨਾ ਉਹ ਮੇਰੀ ਥਾਂ ਤੇ ਆਪ ਆ ਕੇ ਡਿਊਟੀ ਕਰ ਗਿਆ। ਆਖੋ ਸਤਨਾਮ। ਜਿਹਦੀ ਯਾਦ ਵਿੱਚ ਮੈਂ ਜੁੜਿਆ ਬੈਠਾ ਸੀ ਉਹ ਮੇਰੀ ਥਾਂ ਤੇ, ਕੋਈ ਬਹੁਤੀ ਵੱਡੀ ਗੱਲ ਨਹੀਂ ਵੀ ਇਸ ਤਰ੍ਹਾਂ ਹੋ ਵੀ ਸਕਦਾ। ਕਿਉਂਕਿ ਸਾਡੇ ਅੱਜ ਦੇ ਸਮੇਂ ਵਿੱਚ ਪੁੱਠੀ ਜੀ ਹਵਾ ਵਗਦੀ ਹੈ ਵੀ ਸ਼ੰਕਾਵਾਦੀ ਬੜੇ ਲੋਕ ਨੇ ਵੀ ਆਹ ਕਿਵੇਂ ਹੋ ਸਕਦਾ, ਇਸ ਤਰ੍ਹਾਂ ਵੀ ਹੋ ਸਕਦਾ। ਕੋਈ ਬਹੁਤੀ ਵੱਡੀ ਗੱਲ ਨਹੀਂ। ਕੋਈ ਇਸੇ ਪਿੰਡ ਦੇ ਵਿੱਚ ਦੋ ਭਾਈ ਨੇ, ਮੰਨ ਲਓ ਕਿਸਾਨੀ ਕਰਦੇ ਨੇ, ਕਿਸਾਨ ਕਰਦੇ ਨੇ, ਖੇਤੀ ਕਰਦੇ ਨੇ। ਜਿਹੜਾ ਹੁਣ ਇੱਕ ਖੇਤੀ ਕਰਦਾ ਜੇ ਉਹਨੂੰ ਕੋਈ ਕੰਮ ਪੈ ਗਿਆ ਦੂਜੇ ਪਾਸੇ, ਉਹ ਦੂਜੇ ਨੂੰ ਕਹਿ ਦੂਗਾ ਵੀ ਜਾਂ ਤੂੰ ਅੱਜ ਨੱਕਾ ਮੋੜਿਆ ਜਾਂ ਆਹ ਕੰਮ ਤੂੰ ਕਰਦੀ। ਇਹੀ ਗੱਲ ਜੇ ਆਪਾਂ ਪਰਮੇਸ਼ਰ ਤੇ ਲਾ ਲਈਏ, ਮਹਾਰਾਜ ਕਹਿੰਦੇ ਉਸ ਭਗਤ ਦੇ ਰਾਮ ਵਿੱਚ ਹਰ ਹਰ ਜਨ ਦੋਈ ਏਕ ਹੈ ਵਿਪ ਵਿਚਾਰ। ਜਦੋਂ ਅਸੀਂ ਇਹ ਕਹਿੰਦੇ ਆ ਵੀ ਉਸ ਪਰਮੇਸ਼ਰ ਦੇ ਤੇ ਉਹਦੇ ਰੱਬ ਦੇ ਪਿਆਰੇ ਦੇ ਵਿੱਚ ਕੋਈ ਫਰਕ ਨਹੀਂ, ਫਿਰ ਉਹ ਸਾਧ ਸੰਗ ਰੱਬ ਦਾ ਪਿਆਰਾ ਉਹ ਕੰਮ ਤੇ ਗਿਆ ਨਹੀਂ, ਉਹਦੀ ਥਾਂ ਤੇ ਉਹ ਪਰਮੇਸ਼ਰ ਆਪ ਚਲਾ ਗਿਆ। ਇਸੇ ਤਰ੍ਹਾਂ ਹੁੰਦਾ। ਅੱਗੇ ਲਿਖਦੇ ਨੇ ਭਾਈ ਗੁਰਦਾਸ ਜੀ, ਪ੍ਰਗਟ ਕਰੈ ਭਗਤ ਵਡਿਆਈ। ਪਰਮੇਸ਼ਰ ਨੇ ਆਪ ਆ ਕੇ ਸੇਵਾ ਕੀਤੀ, ਪਰ ਵਡਿਆਈ ਕਿਹਨੂੰ ਬਖਸ਼ਦੇ ਨੇ? ਆਪਣੇ ਭਗਤ ਨੂੰ। ਆਪਦੇ ਭਗਤ ਨੂੰ ਵਡਿਆਈ ਦਿੰਦੇ ਨੇ। ਤਦੇ ਤਾਂ ਆਖਿਆ ਜਾਂਦਾ ਸਾਧ ਸੰਗਤ, ਉਹ ਪਰਮੇਸ਼ਰ ਵਾਹਿਗੁਰੂ ਆਪਣੇ ਭਗਤਾਂ ਦੇ ਵਸ ਹੈ। ਉਹਨਾਂ ਨੇ ਵਸ ਕਿਵੇਂ ਕੀਤਾ? ਕਿਉਂਕਿ ਉਹਨਾਂ ਨੇ ਆਪਣੇ ਪ੍ਰੇਮ ਦੀਆਂ ਡੋਰੀਆਂ ਪਾਈਆਂ ਹੋਈਆਂ ਨੇ, ਉਹਦੇ ਨਾਲ ਪ੍ਰੇਮ ਕੀਤਾ ਹੋਇਆ। ਅਸੀਂ ਪ੍ਰੇਮ ਕਰਦੇ ਹਾਂ ਦੁਨਿਆਵੀ ਆਪਣੇ ਭੈਣਾਂ ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ, ਪਰ ਨਹੀਂ ਸਾਧ ਸੰਗਤ, ਜਦੋਂ ਤੱਕ ਅਸੀਂ ਉਸ ਪਰਮੇਸ਼ਰ ਨਾਲ ਪ੍ਰੇਮ ਨਹੀਂ ਕਰਦੇ, ਜਦੋਂ ਤੱਕ ਅਸੀਂ ਉਸ ਵਾਹਿਗੁਰੂ ਨਾਲ ਪ੍ਰੇਮ ਨਹੀਂ ਕਰਦੇ, ਉਦੋਂ ਤੱਕ ਉਹ ਸਾਡੇ ਕੰਮ ਵੀ ਨਹੀਂ ਆਏਗਾ, ਨਾ ਅਸੀਂ ਉਹਦੇ ਆਈਏ। ਜਦੋਂ ਅਸੀਂ ਉਹਦੇ ਨਾਲ ਪ੍ਰੇਮ ਪਾ ਲਿਆ, ਫਿਰ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਪੜ੍ਹਦੇ ਹਾਂ, ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇ। ਜੋ ਮੰਗਿਆ, ਜਿਹੜਾ ਕੁਝ ਮੰਗੋਗੇ ਉਹੀ ਮਿਲੂਗਾ। ਪਰ ਕਦੋਂ? ਮਹਾਰਾਜ ਕਹਿੰਦੇ ਜੋ ਮੰਗਿਆ ਠਾਕੁਰ ਆਪਣੇ ਤੇ। ਇਹਦੇ ਵਿੱਚ ਇੱਕ ਘੁੰਡੀ ਪਾਈ ਹੈ ਮਹਾਰਾਜਿਆਂ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਘੁੰਡੀ ਪਾ ਦਿੱਤੀ ਇਹਦੇ ਵਿੱਚ। ਉਹ ਕਿਹੜੀ ਘੁੰਡੀ ਹੈ? ਮਹਾਰਾਜ ਕਹਿੰਦੇ ਜੋ ਮੰਗਿਆ ਠਾਕੁਰ ਆਪਣੇ ਤੇ।
ਵੀ ਜੇ ਕਿਸੇ ਤੋਂ ਕੁਝ ਮੰਗਣਾ ਹੈ ਨਾ, ਪਹਿਲਾਂ ਉਹਨੂੰ ਆਪਣਾ ਬਣਾਉਣਾ ਪੈਣਾ ਹੈ। ਤੁਸੀਂ ਆਮ ਦੁਨਿਆਵੀ ਦੁਨੀਆ ਦੇ ਵਿੱਚ ਲਾ ਲਓ, ਪਿੰਡਾਂ ਦੇ ਵਿੱਚ ਵਿਚਰਦੇ ਆ, ਜਿਹਨੂੰ ਅਸੀਂ ਯਾਦ, ਜਿਹਦੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ, ਪ੍ਰੇਮ